एक गोली मेरे मार दे ते एक जाके उन्हां दे मार दी। मैनू परिवार सब तो बाद है, पहला मैनू अपना देश है। रोटी दी समस्या या फाइनैंशियल दी समस्या ये कोई समस्या नहीं। तुहाडे मेरे वर्गा को मीडियम वर्ग का बंदा मरिया ते बिल्कुल जिहड़ा गरीब बंदा सीगा वो भी मरना इहदे विच शुरू हो गया। दो चार चंगे स्कूल ऐसे बंद भी करने चाहिए सीगे भी उन्होंने डर हुंदा भी मैं ये किवें स्कूल अपने दी फीस किवें अपने विद्यार्थियों को लैनी है। बाहरले देशों नूं भज्जण दी बजाय हुण पिछले 2 सालों तो अपने पंजाब दे विच रहना ज़्यादा पसंद कर रहे। आज फैसला हमारे हक में नहीं आया, बट हमको फिर भी अपनी कोर्ट्स पे पूरा विश्वास है। सर, इट इज़ नॉट अबाउट बिट्टू जी, इट इज़ नॉट अबाउट ऑल द सिंगर्स। आप उसका शॉर्ट लिखो, अगर मेरी जेब में 500 रुपये है मैं 500 की लूँगा, अगर मेरी जेब में 20 रुपये तो मैं 20 की लूँगा। अडॉप्ट कर ले हर एक स्कूल को, उसकी हालत जो आज बेहतर है वो अच्छी हो सकती है। प्रोटेस्ट इज़ नॉट एवरीथिंग। आप उनसे मिलो, उनसे बातचीत करो। यू शुड ऑलवेज कम्युनिकेट देम। कांग्रेस की गवर्नमेंट थी तब जो बैरल रेट था वो था 102 रुपये, और उस टाइम जो रेट था वो था 64 रुपये 65 रुपये। जो कच्चा तेल का जो रेट है वो आज है 20 रुपये 30 रुपये, और रेट पहुंच रहे हैं उसके 79 89 98 पे आ रहे हैं। ਪੀਪੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੁਧਿਆਣੇ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ NSUI ਦੇ ਪ੍ਰੈਜ਼ੀਡੈਂਟ ਅਕਸ਼ੇ ਕੁਮਾਰ ਜੀ ਪਹੁੰਚੇ ਨੇ। ਉਹਨਾਂ ਤੋਂ ਆਪਾਂ ਸਵਾਲ ਜਵਾਬ ਕਰਾਂਗੇ। ਸਰ, ਅੱਜ ਲੁਧਿਆਣੇ ਕਿਵੇਂ ਪਹੁੰਚਣਾ ਆਇਆ? ਸਰ, ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ, ਤੁਸੀਂ ਲੁਧਿਆਣੇ ਪਹੁੰਚੇ ਹੋ। ਤੁਹਾਡਾ ਅੱਜ ਲੁਧਿਆਣਾ ਆਣਾ ਕਿਸ ਵਿਸ਼ੇ ਤੋਂ ਹੈ? ਅੱਜ ਸਾਡੇ ਜ਼ਿਲ੍ਹੇ ਦੀ ਸਾਰੀ ਟੀਮ ਨੇ ਇੱਕ ਸਾਨੂੰ ਬਾਰ-ਬਾਰ ਆਖਿਆ ਕਿ ਤੁਸੀਂ ਜ਼ਰੂਰ ਪਹੁੰਚੋ, ਜਿਸ ਤਹਿਤ ਦੇ ਉੱਤੇ ਬਹੁਤ ਪੁਰਾਣਾ ਸੰਘਰਸ਼ ਚੱਲ ਰਿਹਾ ਸੀਗਾ 2-3 ਮਹੀਨੇ ਤੋਂ ਕਿ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਵੇ। ਉਹਨਾਂ ਨੂੰ ਐਗਜ਼ਾਮੀਨੇਸ਼ਨ ਦਾ ਇੱਕ ਉਹਨਾਂ ਦੇ ਸਿਰ ਦੇ ਵਿੱਚ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀਗਾ ਵੀ ਕਿਵੇਂ ਉਹ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਪਹੁੰਚ ਕੇ ਇਸ ਕਰੋਨਾ ਦੀ ਬਿਮਾਰੀ ਤੋਂ ਬਚ ਸਕਣਗੇ। ਇਹਨਾਂ ਨੇ ਧੰਨਵਾਦ ਕਰਨ ਵਾਸਤੇ CM ਸਾਹਿਬ ਦਾ ਤੇ ਹੋਰ ਵੀ ਇਹਨਾਂ ਦੇ ਸ਼ਹਿਰ ਦੇ ਜਿੰਨੇ ਵੀ ਮਤਲਬ ਜੋ ਜਿੱਥੋਂ ਤੱਕ ਇਹ ਆਵਾਜ਼ ਪਹੁੰਚਾ ਸਕਦੇ ਸੀ ਇਹਨਾਂ ਨੇ ਆਪਣੀ ਆਵਾਜ਼ MLA ਸਾਹਿਬ ਤੱਕ ਪਹੁੰਚਾਈ। ਉਹਨਾਂ ਨੇ ਗਾਂ ਆਵਾਜ਼ ਸਾਡੇ ਸੀਨੀਅਰ ਲੀਡਰਸ਼ਿਪ ਤੱਕ ਪਹੁੰਚਾ ਕੇ ਅਸੀਂ ਸਾਰਿਆਂ ਨੇ ਇੱਕ ਲੜਾਈ ਲੜ ਕੇ ਅੱਜ ਇੱਕ ਜੋ 2 ਦਿਨ ਪਹਿਲਾਂ ਫੈਸਲਾ ਆਇਆ CM ਸਾਹਿਬ ਦਾ ਕਿ ਕਿਸੇ ਵੀ ਵਿਦਿਆਰਥੀ ਦੇ ਪੰਜਾਬ ਦੇ ਵਿੱਚ ਐਗਜ਼ਾਮ ਨਹੀਂ ਲਿੱਤੇ ਜਾਣਗੇ, ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ। ਉਹਦੇ ਲਈ ਇਹਨਾਂ ਨੇ ਇੱਕ ਧੰਨਵਾਦੀ ਕਰਨ ਵਾਸਤੇ ਇਸ ਕਰਕੇ ਸਾਨੂੰ ਸੱਦਿਆ ਸੀਗਾ ਤੇ ਅਸੀਂ ਪਹੁੰਚੇ ਹਾਂ। ਸਰ, ਜਿਵੇਂ ਕਿ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ, ਐਜੂਕੇਸ਼ਨ ਸਿਸਟਮ ਤੇ ਤੁਸੀਂ ਗੱਲ ਕੀਤੀ ਹੈ ਸਰ, ਉਸ 'ਤੇ ਇੱਕ ਸਵਾਲ ਬੜਾ ਹੁੰਦਾ ਵਾ ਕਿ ਪ੍ਰਾਈਵੇਟ ਸਕੂਲਸ ਓਪਨ ਹੋ ਗਏ, ਪ੍ਰਾਈਵੇਟ ਕਾਲਜ ਓਪਨ ਹੋ ਗਏ, ਪਰ ਕਿਤੇ ਨਾ ਕਿਤੇ ਸਰਕਾਰੀ ਸਕੂਲਸ ਤਾਂ ਅੱਜ ਵੀ ਹਾਲਾਤ ਉਹਨਾਂ ਦੇ ਖਸਤਾ ਹਾਲਾਤੀ ਨੇ। ਨਾ ਸਰਕਾਰੀ ਸਕੂਲਸ ਵੱਲ ਧਿਆਨ ਦਿੱਤਾ ਜਾਂਦਾ, ਨਾ ਸਰਕਾਰੀ ਕਾਲਜ ਵੱਲ ਧਿਆਨ ਦਿੱਤਾ ਜਾਂਦਾ। ਇਹ ਚੀਜ਼ ਮੈਂ ਹਰ ਜਗ੍ਹਾ ਹਰ ਸਟੇਜ ਤੇ ਹਰ ਪਲੇਟਫਾਰਮ ਤੇ ਕਹਿੰਦਾ ਵੀ ਜਿਸ ਦਿਨ ਆਪਾਂ ਆਪਣਾ ਐਜੂਕੇਸ਼ਨ ਦਾ ਜਿਹੜਾ ਬੇਸ ਹੈ ਉਹ ਸੁਧਾਰ ਲਿਆ, ਬਹੁਤ ਆਏ, ਬਹੁਤ ਸਾਰੇ ਸਿਸਟਮ ਚਲਾ ਗਿਆ ਪੁਰਾਣੇ ਮੁੱਢ ਤੋਂ। ਆਪਾਂ ਭਾਵੇਂ ਸਨ 1947 ਤੋਂ ਵੀ ਦੇਖੀਏ, ਆਪਾਂ ਲੋਕਾਂ ਨੇ ਸੜਕਾਂ ਮੰਗ ਲੀਆਂ, ਆਪਾਂ ਨੇ ਮੰਦਰ ਮੰਗੇ, ਗੁਰਦੁਆਰੇ ਮੰਗੇ, ਹਰ ਚੀਜ਼ਾਂ ਮੰਗਦੇ ਰਹੇ। ਮੇਨ ਮੁੱਢ ਜਿਹੜਾ ਸੀਗਾ ਕਿ ਜਿਸ ਦਿਨ ਆਪਾਂ ਆਪਣਾ ਐਜੂਕੇਸ਼ਨ ਸਿਸਟਮ ਸਹੀ ਕਰ ਲਿਆ, ਇੰਨਾ ਕੁ ਵਧੀਆ ਕਰ ਲਿਆ ਵੀ ਜਿਹੜੀ ਫ੍ਰੀ ਐਜੂਕੇਸ਼ਨ ਹੈ, ਜਿੱਦਾਂ ਕਿ ਸਾਡੀ 2017 ਦੇ ਵਿੱਚ ਮੰਗ ਸੀਗੀ ਵੀ ਕੁੜੀਆਂ ਦੇ ਲਈ KG to PG ਫ੍ਰੀ ਕੀਤਾ ਜਾਵੇ, ਉਹ ਅਸੀਂ ਮੰਗ CM ਸਾਹਿਬ ਤੱਕ ਰੱਖੀ ਸੀ ਕਿ ਇਸ ਸਮੇਂ ਲਈ ਸਾਡੀ ਜਿੰਨੀਆਂ ਵੀ ਵਿਦਿਆਰਥਣ ਕੁੜੀਆਂ ਨੇ ਉਹਨਾਂ ਲਈ KG to PG ਫ੍ਰੀ ਕਰ ਦਿੱਤਾ ਗਿਆ। ਬਟ ਹਾਲੀ ਵੀ ਬਹੁਤ ਜ਼ਿਆਦਾ ਲੋੜ ਹੈ, ਜਿਹੜਾ ਸਾਡਾ ਸਰਕਾਰੀ ਐਜੂਕੇਸ਼ਨ ਪੱਧਰ ਹੈ ਉਹਨੂੰ ਇੱਕ ਇੰਨੀ ਕੁ ਸਿਖਰ 'ਤੇ ਲੈ ਕੇ ਜਾਣ ਦੇ ਲਈ ਵੀ ਉੱਥੇ ਪੜ੍ਹੇ ਹੋਏ ਵਿਦਿਆਰਥੀ ਮੁਕਾਬਲਾ ਉਹਨਾਂ ਪ੍ਰਾਈਵੇਟ ਸਕੂਲਾਂ ਦਾ ਕਰ ਸਕਣ ਵੀ ਜਿਹੜੇ ਸਕੂਲਾਂ ਦੀਆਂ ਲੱਖਾਂ ਦੀਆਂ ਫੀਸਾਂ ਨੇ ਤੇ ਅਸੀਂ ਉਹ ਐਜੂਕੇਸ਼ਨ ਫ੍ਰੀ ਪੱਧਰ 'ਤੇ ਦੇ ਸਕੀਏ। ਸਰ, ਇੱਕ ਤੁਸੀਂ ਗੱਲ ਕੀਤੀ ਪਿਛਲੇ ਬੀਤੇ 10 ਸਾਲਾਂ 'ਚੋਂ ਵਿਦਿਆਰਥੀ ਇੱਥੇ ਰੁਕਦੇ ਨਹੀਂ ਸੀਗੇ, ਪੰਜਾਬ 'ਚੋਂ ਬਾਹਰ ਚੱਲ ਜਾਂਦੇ ਸੀਗੇ। ਹੁਣ ਤਾਂ ਵਿਦਿਆਰਥੀ ਬਾਹਰ ਜਾਣ ਨੂੰ ਵੀ ਡਰਦਾ ਵਾ, ਕੀ ਕਾਰਨ ਹੈ? ਨਹੀਂ, ਵਿਦਿਆਰਥੀ ਹੁਣ ਜਿਹੜਾ ਤੁਹਾਡੇ ਕਹਿਣ ਦਾ ਕਾਰਨ ਹੈ ਉਹ ਕਰੋਨਾ ਕਾਰਨ ਤੁਹਾਡੇ ਮਤਲਬ ਕਾਰਨ ਹੈ, ਬਟ ਮੇਰਾ ਉਹ ਕਹਿਣ ਦਾ ਕਾਰਨ ਇਹ ਹੈ ਵੀ ਹੁਣ ਵਿਦਿਆਰਥੀਆਂ ਨੂੰ ਇੱਥੇ ਨੌਕਰੀ ਮਿਲਣ ਦਾ ਉਹਨਾਂ ਦੇ ਮਨ ਦੇ ਵਿੱਚ ਇੱਛਾ ਸ਼ੁਰੂ ਹੋ ਗਈ ਹੈ। ਉਹ ਜਿਵੇਂ ਕਿ CM ਸਾਹਿਬ ਨੇ ਵਾਅਦਾ ਕੀਤਾ ਸੀਗਾ ਵੀ ਹਰੇਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਏਗੀ, ਹਰੇਕ ਨੂੰ ਉਹਦੇ ਪੱਧਰ ਦੇ ਉਹਦੀ ਐਜੂਕੇਸ਼ਨ ਦੇ ਆਧਾਰ ਦੇ ਉੱਤੇ ਜਿੱਦਾਂ ਕਿ ਉਹਨੇ ਐਜੂਕੇਸ਼ਨ ਹਾਸਲ ਕੀਤੀ ਹੈ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹਦੇ ਐਜੂਕੇਸ਼ਨ ਦੇ ਪੱਧਰ ਦੇ ਆਧਾਰ ਦੇ ਉੱਤੇ ਉਹਨੂੰ ਨੌਕਰੀ ਦਿੱਤੀ ਜਾਏਗੀ। ਉਹਨੂੰ ਇੱਕ ਉਮੀਦ ਦੀ ਕਿਰਨ ਜਾਗਦੀ ਹੈ, ਇਸ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਭੱਜਣ ਦੀ ਬਜਾਏ ਹੁਣ ਪਿਛਲੇ 2 ਸਾਲਾਂ ਤੋਂ ਆਪਣੇ ਪੰਜਾਬ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰ ਰਹੇ। ਤੁਸੀਂ ਯੂਥ ਨੂੰ ਗਾਈਡ ਕਰ ਰਹੇ ਹੋ ਕਿ ਪੋਲੀਟੀਸ਼ਨ 'ਚ ਉਹਨਾਂ ਨੂੰ ਆਉਣਾ ਚਾਹੀਦਾ। ਅੱਜ ਦਾ ਯੂਥ ਪੋਲੀਟੀਸ਼ਨ 'ਚ ਆ ਵੀ ਜਾਵੇ, ਪਰ ਜਿਨ੍ਹਾਂ ਕੋਲ 2 ਵਕਤ ਦਾ ਖਾਣਾ ਹੀ ਨਹੀਂ ਹੈਗਾ ਉਹ ਪੋਲੀਟੀਸ਼ਨ 'ਚ ਆ ਜਾਓਗੇ ਕਿਵੇਂ ਸਰ? ਬ੍ਰਦਰ, ਜਦੋਂ ਤੁਸੀਂ ਸਾਡੇ ਸਤਿਕਾਰਯੋਗ ਹੋ, ਦੇਸ਼ ਦੀ ਸੇਵਾ ਜਾਂ ਸੂਬੇ ਦੀ ਸੇਵਾ
ਦੋ ਰੋਟੀਆਂ ਤੋਂ ਨਹੀਂ ਸ਼ੁਰੂ ਹੁੰਦੀ। ਜਦੋਂ ਚੰਦਰ ਸ਼ੇਖਰ ਆਜ਼ਾਦ ਜੀ ਇਸ ਮੁਹਿੰਮ ਦੇ ਨਾਲ ਜੁੜੇ ਸੀਗੇ, ਆਪਣੇ ਦੇਸ਼ ਦੀ ਸੇਵਾ ਲਈ ਜੁੜੇ ਸੀਗੇ, ਉਹਨਾਂ ਨੂੰ ਉਹਨਾਂ ਦੇ ਇੱਕ ਸਾਥੀ ਨੇ ਕਿਹਾ ਵੀ ਘਰ ਜਾ ਕੇ ਤੁਹਾਡੀ ਮਦਰ ਜਿਹੜੀ ਹੈ ਉਹ ਭੁੱਖੀ ਬੈਠੀ ਹੈ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਉੱਥੇ ਪਹੁੰਚਦੇ ਨਹੀਂ, ਤੁਸੀਂ ਉਹਨਾਂ ਨੂੰ ਖਾਣ ਨੂੰ ਰਾਸ਼ਨ ਨਹੀਂ ਦਿੰਦੇ। ਤੇ ਚੰਦਰ ਸ਼ੇਖਰ ਆਜ਼ਾਦ ਨੇ ਰੋਂਦੇ ਹੋਏ ਇਹ ਗੱਲ ਆਖੀ ਸੀਗੀ ਵੀ ਜੇ ਤੂੰ ਇੱਕ ਕੰਮ ਕਰ ਸਕੇ, ਇੱਕ ਗੋਲੀ ਮੇਰੇ ਮਾਰ ਦੇ ਤੇ ਇੱਕ ਜਾ ਕੇ ਉਹਨਾਂ ਦੇ ਮਾਰ ਦੀ, ਬਟ ਸਭ ਤੋਂ ਪਹਿਲਾਂ ਮੈਨੂੰ ਮੇਰੀ ਭਾਰਤ ਮਾਤਾ ਹੈ, ਨਾ ਕਿ ਇਹ ਮੇਰਾ ਫਰਜ਼ ਹੈ। ਮੇਰਾ ਫਰਜ਼ ਭਾਰਤ ਮਾਤਾ ਦੀ ਸੇਵਾ ਕਰਨਾ ਹੈ। ਮੈਨੂੰ ਪਰਿਵਾਰ ਸਭ ਤੋਂ ਬਾਅਦ ਹੈ, ਪਹਿਲਾਂ ਮੈਨੂੰ ਆਪਣਾ ਦੇਸ਼ ਹੈ। ਰੋਟੀ ਦੀ ਸਮੱਸਿਆ ਜਾਂ ਫਾਈਨੈਂਸ਼ੀਅਲ ਦੀ ਸਮੱਸਿਆ ਇਹ ਕੋਈ ਸਮੱਸਿਆ ਨਹੀਂ। ਜਜ਼ਬਾ ਤੇ ਜਨੂਨ ਸਭ ਤੋਂ ਪਹਿਲਾਂ ਅੱਗੇ ਆਉਣਾ ਚਾਹੀਦਾ ਹੈ। ਸੂਬੇ ਦੀ ਸੇਵਾ, ਦੇਸ਼ ਦੀ ਸੇਵਾ ਸਭ ਤੋਂ ਉੱਤਮ ਹੈ। ਪਰ ਇੱਕ ਰਿਕਸ਼ਾ ਚਾਲਕ ਜਿਹੜਾ ਰੋਜ਼ ਦਾ ਕਮਾਉਂਦਾ ਸੀਗਾ, ਰੋਜ਼ ਦਾ ਖਾਂਦਾ ਸੀਗਾ, ਆਪਣੇ ਬੱਚਿਆਂ ਦੀ ਫੀਸਾਂ ਭਰਦਾ ਸੀਗਾ, 3 ਮਹੀਨੇ ਤੋਂ ਕਰੋਨਾ ਵਾਇਰਸ ਦੇ ਚੱਲਦੇ ਉਹਦਾ ਰੋਜ਼ਗਾਰ ਹੀ ਨਹੀਂ ਚੱਲਿਆ, ਆਪਣੇ ਸਕੂਲ ਦੀਆਂ ਫੀਸਾਂ ਕਿੱਦਾਂ ਭਰ ਦੇਗਾ ਤੇ ਆਪਣੇ ਬੱਚਿਆਂ ਨੂੰ ਕਿੱਦਾਂ ਪੜ੍ਹਾ ਲੇਗਾ ਸਰ? ਦੇਖੋ, ਉਸ ਚੀਜ਼ ਦੇ ਲਈ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਸਾਨੂੰ ਪਤਾ ਹੈ, ਇਕੱਲਾ ਰਿਕਸ਼ਾ ਚਾਲਕ ਹੀ ਨਹੀਂ, ਇਹਦੇ ਵਿੱਚ ਜੇ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ, ਜਿਹੜਾ ਤੇ ਦਿਹਾੜੀਦਾਰ ਸੀਗਾ ਉਹਦੀ ਤੇ ਚਲੋ ਹੁਣ ਫਿਰ ਜਿੱਦਾਂ ਸਿਸਟਮ ਸ਼ੁਰੂ ਹੋ ਗਿਆ, ਦਿਹਾੜੀ ਲੱਗਣੀ ਸ਼ੁਰੂ ਹੋ ਗਈ। ਜਿਹੜਾ ਵੱਡਾ ਵਪਾਰੀ ਸੀਗਾ ਉਹਦੀਆਂ ਫੈਕਟਰੀਆਂ ਸ਼ੁਰੂ ਹੋ ਗਈਆਂ। ਇਹਦੇ ਵਿੱਚ ਜੇ ਮਰਿਆ ਹੈ ਤੇ ਤੁਹਾਡੇ ਮੇਰੇ ਵਰਗਾ ਕੋਈ ਮੀਡੀਅਮ ਵਰਗ ਦਾ ਬੰਦਾ ਮਰਿਆ ਤੇ ਬਿਲਕੁਲ ਜਿਹੜਾ ਗਰੀਬ ਬੰਦਾ ਸੀਗਾ ਉਹ ਵੀ ਮਰਨਾ ਇਹਦੇ ਵਿੱਚ ਸ਼ੁਰੂ ਹੋ ਗਿਆ। ਮੀਡੀਅਮ ਵਰਗ ਤੋਂ ਲੈ ਕੇ ਅਤੀ ਗਰੀਬ ਤੱਕ ਵਰਗ ਇਸ ਦੇ ਵਿੱਚ ਬਹੁਤ ਜ਼ਿਆਦਾ ਪੀੜਤ ਹੈ। ਸਰਕਾਰ ਜ਼ਰੂਰ ਇਸ ਪੱਧਰ ਦੇ ਉੱਤੇ ਕੁਝ ਸੋਚੇਗੀ, ਕੋਈ ਨਾ ਕੋਈ ਸਟੈਪ ਜ਼ਰੂਰ ਲਏਗੀ ਵੀ ਉਹਨਾਂ ਨੂੰ ਆਪਾਂ ਕਿਵੇਂ ਸਹਾਇਤਾ ਪਹੁੰਚਾ ਸਕਦੇ ਹਾਂ। ਪੱਧਰ ਤੇ ਸਰ ਜਿਵੇਂ ਕਿ ਤੁਸੀਂ ਪ੍ਰਮੋਟ ਕਰਾ ਰਹੇ ਹੋ, ਜੀ ਸਟੂਡੈਂਟਸ ਪ੍ਰਮੋਟ ਕੀਤਾ ਵੀ ਹੈ ਸਰ, ਤੁਹਾਡਾ ਸੁਨਾਰਯੋਗ ਕੰਮ ਆ, ਸਲੂਟ ਹੈ ਤੁਹਾਡੇ ਕੰਮ ਨੂੰ। ਪਰ ਸਰ ਕਿਤੇ ਨਾ ਕਿਤੇ ਸਕੂਲ ਫੀਸਾਂ ਨੂੰ ਲੈ ਕੇ ਤੁਸੀਂ ਪ੍ਰੈਸ਼ਰਾਈਜ਼ ਕਿਉਂ ਨਹੀਂ ਕਰਦੇ ਕਿ ਹਾਂਜੀ ਸਕੂਲ ਫੀਸਾਂ ਦਾ ਹਾਈ ਕੋਰਟ ਦੇ ਵੱਲੋਂ ਵੀ ਆਰਡਰ ਆ ਗਿਆ ਕਿ ਉਹਨਾਂ ਨੂੰ ਫੀਸਾਂ ਦੇਣੀਆਂ ਪੈਣੀਆਂ, ਪਰ ਆਪਣੇ ਸਿੱਖਿਆ ਮੰਤਰੀ ਲਾਈਵ ਹੁੰਦੇ ਨੇ, ਕਹਿੰਦੇ ਨੇ ਕਿ ਨਹੀਂ ਤੁਸੀਂ ਦੇਣੀਆਂ ਪਰ ਰੇਟ ਮੰਨਦੇ ਆ। ਇਹ ਨਹੀਂ ਦੇਖੋ ਉਸ ਪੱਧਰ ਦੇ ਉੱਤੇ ਮੇਰੀ ਜਿਹੜੀ ਅਸੀਂ ਮੈਂ ਕਹਿਣਾ ਚਾਹੂੰਗਾ ਉਹ ਤੁਸੀਂ ਜ਼ਰੂਰ ਇਸ ਚੀਜ਼ ਨੂੰ ਲੋਕਾਂ ਤੱਕ ਲੈ ਕੇ ਜਾਓ ਵੀ ਸਾਡਾ ਪੱਖ ਕਮਜ਼ੋਰ ਸੀਗਾ। ਜੇ ਪ੍ਰਾਈਵੇਟ ਸਕੂਲਾਂ ਨੇ ਆ ਕੇ ਆਪਣਾ ਹਾਈ ਕੋਰਟ 'ਚ ਪੱਖ ਰੱਖਿਆ ਹੈ, ਉਹਨਾਂ ਨੇ ਆਪਣਾ ਪੱਖ ਇਸ ਤਰੀਕੇ ਦੇ ਨਾਲ ਵਧਾ ਕੇ ਰੱਖਿਆ ਹੈ ਕਿ ਉਹ ਸਾਡੇ ਪੱਖ ਨੂੰ ਦਬਾ ਸਕਣ। ਜੇ ਅਸੀਂ ਸਰਕਾਰ ਦੇ ਨੁਮਾਇੰਦੇ ਹਾਂ, ਅਸੀਂ ਪਹਿਲਾਂ ਹੀ ਇੱਕ ਐਜੂਕੇਸ਼ਨ ਦੇ ਇੱਕ ਐਸਾ ਸਰਕੂਲਰ ਪਾਸ ਕਰਦੇ ਵੀ ਕਿਸੇ ਵੀ ਸਕੂਲ ਕੋਲ ਉਹਨੂੰ ਫੀਸ ਦਾ ਵਧਾਉਣ ਦਾ ਉਹਦੇ ਡਰ ਹੁੰਦਾ, ਉਹਨੂੰ ਪਤਾ ਹੁੰਦਾ ਕਿ ਜੇ ਮੈਂ ਆਪਣੀ ਫੀਸ ਇਸ ਸਰਕੂਲਰ ਤੋਂ ਉੱਤੇ ਵਧਾਤੀ ਤੇ ਮੇਰੇ ਉੱਤੇ ਇਹ ਜੁਰਮਾਨਾ ਲੱਗੇਗਾ, ਮੇਰਾ ਸਕੂਲ ਵੀ ਬੰਦ ਹੋ ਸਕਦਾ ਹੈ। 2-4 ਚੰਗੇ ਸਕੂਲ ਐਸੇ ਬੰਦ ਵੀ ਕਰਨੇ ਚਾਹੀਦੇ ਸੀਗੇ ਵੀ ਉਹਨਾਂ ਨੂੰ ਡਰ ਹੁੰਦਾ ਵੀ ਮੈਂ ਇਹ ਕਿਵੇਂ ਸਕੂਲ ਆਪਣੇ ਦੀ ਫੀਸ ਕਿਵੇਂ ਆਪਣੇ ਵਿਦਿਆਰਥੀਆਂ ਕੋਲ ਲੈਣੀ ਹੈ। ਤੇ ਇਹ ਚੀਜ਼ ਦੇ ਵਿੱਚ ਸਾਡਾ ਪੱਖ ਕਮਜ਼ੋਰ ਸੀਗਾ। ਮੈਂ ਹਮੇਸ਼ਾ ਇਹ ਚੀਜ਼ ਅੱਗੇ ਵੀ ਕਹੀ ਹੈ 2-3 ਦਿਨ ਪਹਿਲਾਂ ਤੇ ਅੱਜ ਵੀ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹੂੰਗਾ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਯੂਥ ਨੂੰ ਮੈਂ ਸਿਰਫ ਤੇ ਸਿਰਫ ਜੋ ਮੇਰਾ ਇੱਕ ਏਜੰਡਾ ਜੋ ਮੈਂ ਚਾਹੁੰਦਾ ਯੂਥ ਨੂੰ ਸਭ ਤੋਂ ਪਹਿਲਾਂ ਮੈਸੇਜ ਤੇ ਦੇਣਾ ਚਾਹੂੰਗਾ ਵੀ ਜੋ ਤੇ ਵਿਦਿਆਰਥੀ ਸਾਡੇ ਹਾਲੀ ਸਕੂਲ ਲੈਵਲ ਤੇ ਨੇ ਉਹ ਐਜੂਕੇਸ਼ਨ ਵੱਲ ਵੱਧ ਚੜ੍ਹ ਕੇ ਧਿਆਨ ਦੇਣ, ਵੱਧ ਤੋਂ ਵੱਧ ਐਜੂਕੇਸ਼ਨ ਹਾਸਲ ਕਰਨ, ਨਾਲ ਦੇ ਨਾਲ ਰਾਜਨੀਤੀ ਦੇ ਵਿੱਚ ਆਉਣਾ ਸ਼ੁਰੂ ਕਰਨ, ਆਪਣੇ ਦੇਸ਼ ਦੀ ਸੇਵਾ ਕਰਨੀ ਸ਼ੁਰੂ ਕਰਨ, ਸੂਬੇ ਦੀ ਸੇਵਾ ਕਰਨੀ ਸ਼ੁਰੂ ਕਰਨ ਕਿ ਜਿਹਦੇ ਤਹਿਤ ਅੱਜ ਉਹਨਾਂ ਨੂੰ ਲੋੜ ਹੈ ਵੀ ਇਸ ਲਾਈਨ ਦੇ ਵਿੱਚ ਆਉਣ ਦੀ, ਆਪਣੇ ਸੂਬੇ ਦੀ ਸੇਵਾ ਕਰਨ ਦੀ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਾਗਡੋਰ ਆਪਣੇ ਦੇਸ਼ ਦੀ ਸੰਭਾਲ ਸਕਣ। ਕਿਉਂਕਿ ਜੋ ਮੇਰੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਰਾਜਨੀਤੀ ਦੇ ਵਿੱਚ ਯੂਥ ਦੇ ਵਿੱਚ ਇੱਕ 10 ਸਾਲ ਦਾ ਗੈਪ ਪੈ ਚੁੱਕਾ ਹੈ। ਰਾਜਨੀਤੀ 10 ਸਾਲ ਦੇ ਗੈਪ ਨਾਲ ਬਦਲਦੀ ਹੈ ਤੇ 10 ਸਾਲਾਂ ਦੇ ਗੈਪ ਦੇ ਨਾਲ ਆਉਂਦੀ ਹੈ। ਉਹ ਇੱਕ ਗੈਪ ਜਿਹੜਾ 10 ਸਾਲ ਦਾ ਪੈ ਗਿਆ ਕਿ ਯੂਥ ਐਂਟਰ ਨਹੀਂ ਹੋਇਆ ਉਸ ਚੀਜ਼ ਦੇ ਵਿੱਚ, ਉਹ ਗੈਪ ਸਾਡੇ ਦੇਸ਼ ਵਾਸਤੇ ਬਹੁਤ ਨੁਕਸਾਨਦਾਇਕ ਹੈ। ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਸਕੂਲ ਫੀਸਾਂ ਮਾਫ ਕਰਾਉਣ ਦਾ, ਬਹੁਤ ਵਧੀਆ ਉਪਰਾਲਾ ਸੀਗਾ, ਉਹਦਾ ਸੁਣਿਆਯੋਗ ਆ। ਤੇ ਉਸ ਤੋਂ ਬਾਅਦ ਵੀ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮਨਮਾਨੀ ਸੀ ਉਹ ਚੱਲਦੀ ਰਹੀ, ਉਸ ਚੀਜ਼ ਨੂੰ ਕਿਵੇਂ ਦੇਖ ਰਹੇ? ਸਰ ਤੁਸੀਂ ਇਹ ਦੇਖੋ ਕਿ ਜਿੰਨੀ ਵੀ ਸਾਡੀ ਪੰਜਾਬ ਸਰਕਾਰ ਹੈ ਉਹ ਸਾਰੇ ਪੇਰੈਂਟਸ ਦੇ ਨਾਲ ਖੜੀ ਹੋਈ ਹੈ। ਅਸੀਂ ਆਪ ਜਾ ਕੇ ਕੋर्ट ਦੇ ਵਿੱਚ ਇਹ जो रेट लाई, हम पेरेंट्स के साथ में जाके खड़े हुए हैं, क्योंकि हमको लोगों ने कहा था कि हम सरकार को तब मानेंगे जब सरकार हमारे साथ इस मामले में हमारे साथ जो खड़ी होती है, और हम उनके साथ पूरा खड़े हुए हैं। ठीक है, आज फैसला हमारे हक में नहीं आया, बट हमको फिर भी अपनी कोर्ट्स पे पूरा विश्वास है कि वी विल गो टू हाई कोर्ट, और हम वहाँ से इस चीज़ का जो स्टे है वो हम ज़रूर लाएंगे, और ये फ़ैसला सारे पेरेंट्स के और स्टूडेंट्स के हक में आएगा ही आएगा। सोशल मीडिया ਤੇ ਵੀਡੀਓ ਵਾਇਰਲ ਹੁੰਦੀ ਆ ਮੈਡੀਕਲ ਇਸ਼ੂਜ਼ ਨੂੰ ਲੈ ਕੇ, ਮੈਡੀਸਿਨਸ ਨੂੰ ਲੈ ਕੇ ਪ੍ਰਿੰਟ ਰੇਟ ਹਾਈ ਹੈ ਪਰ ਜੈਨੂਅਲ ਰੇਟ ਹੁੰਦਾ ਬਹੁਤ ਘੱਟ ਨੇ। ਉਸ ਚੀਜ਼ ਨੂੰ ਦੇਖਦੇ ਰਣਜੀਤ ਬਿੱਟੂ ਸਾਡੇ ਐਮਪੀ ਸਾਹਿਬ ਨੇ ਸਿੰਗਰਾਂ ਮਗਰ ਪੈਂਦੇ ਨੇ, ਪਰ ਉਸ ਚੀਜ਼ ਤੇ ਉਹਨਾਂ ਦੀ ਕੋਈ ਵਾਈਟ ਨਹੀਂ ਆਉਂਦੀ। ਸਰ ਕਾਂਗਰਸ ਪਾਰਟੀ ਇਸ ਨੂੰ ਨਜ਼ਰਅੰਦਾਜ਼ ਕਰ सर इट इज़ नॉट अबाउट बिट्टू जी, इट इज़ नॉट अबाउट ऑल द सिंगर्स। ये बिट्टू जी का, जी की देखो जी, जो कल्लूकार है,
ठीक है, वो उस टाइम पे बहुत हावी होता है, उस जून के महीने में बहुत हावी होता है। तो उस चीज़ पे ये जो गोलियां हैं, ये जो AK-47 हाथ दुनानियाँ चक लो, ये चीज़ें उस टाइम पे हम जितनी अवॉइड कर सकें, वी शुड अवॉइड इट। ठीक है, उन्होंने ऐसा कुछ गलत नहीं कहा, बट उनकी बात को गलत इंटरप्रेट जो किया गया। ठीक है जी। और एक होती है जी एथिकल, एक होती है जी जेनरिक। जहाँ तक मैंने समझा है बात का, मैं केमिस्ट के साथ मैं पूरा सहमत हूँ। जो एथिकल है उसका रेट जो एथिकल होना चाहिए, जो जेनरिक है उसका रेट जेनरिक में आना चाहिए। किसी भी डॉक्टर को मेडिसिन का नाम लिखना नहीं चाहिए, मैं उनके साथ हूँ, पर आप उसका शॉर्ट लिखो। अगर मेरी जेब में 500 रुपये है, मैं 500 की लूँगा। अगर मेरी जेब में 20 रुपये तो मैं 20 की लूँगा। हर एक केमिस्ट को ये मेरे हाथ जोड़ के बेनती है, अगर आपके पास सेम शॉर्ट की, अगर आपका एथिकल भी है और आपके पास जेनरिक भी है, आप दोनों अपने कस्टमर्स को बता दो कि ये एथिकल है और ये जेनरिक है, आपको कौन सी चाहिए। इसमें अब मेरी जेब है, अगर मैं एथिकल अफोर्ड कर सकता हूँ तो आई विल अफोर्ड एथिकल। इफ़ आई कैन अफोर्ड जेनरिक, आई विल अफोर्ड जेनरिक। और आपने अक्षय जी से आपने एक ना क्वेश्चन पूछा था कि हमारे जो सरकारी स्कूल्स हैं उनका हाल बहुत माड़ा है या ये सब कुछ है। मैं आपसे एग्री करता हूँ, उसका हाल बहुत माड़ा था। मैं हर एक अपने MLAs को, हर एक मिनिस्टर्स को, हर एक NSUI के जितने भी हमारे दोस्त हैं, हमारे अक्षय जी हैं, सबको बेनती करता हूँ, अगर हर एक बंदा सरकारी स्कूल को अडॉप्ट कर ले हर एक स्कूल को, उसकी हालत जो आज बेहतर है वो अच्छी हो सकती है। मैंने अपनी सेंट्रल कॉन्स्टिट्यूंसी में अपने डैड के हलके में अप्रॉक्सीमेटली 14 स्कूलों को अडॉप्ट किया था आज से 1.5 साल पहले। आप उन जाके स्कूल्स को देख के आओ, वहाँ पे प्रॉपर सीवेज सिस्टम है, वहाँ पे प्रॉपर वॉशरूम्स हैं, दे हैव प्रॉपर डेस्क, दे हैव प्रॉपर चेयर्स, दे हैव प्रॉपर इलेक्ट्रिसिटी, प्रॉपर फैंस, एंड एवरी किड इज़ हैविंग हिज ओन बैग। सबके पास अपनी खुद की पेंसिल्स हैं, कॉपीज़ हैं। अब हम हर एक चीज़ सरकार के ऊपर डाल देते हैं कि सरकार ये नहीं करती। यार, हम अच्छे घरों के बच्चे हैं, हमारा भी कोई फ़र्ज़ है अपने देश के लिए, अपने पंजाब के लिए। ठीक है, हम क्यों नहीं, वाई कांट वी कम फॉरवर्ड एंड डू इट। हमको सरकार की हेल्प इस टाइम पे करनी चाहिए। अगर इफ़ वी वांट अ गुड एजुकेशन सिस्टम एंड अ गुड हेल्थ सिस्टम, वी आर द वन who should come forward and help the government। ਜਿਹੜੇ ਤੁਸੀਂ ਸਰ ਮਾਨਿਕ ਸਰ ਆਪਣੇ ਸਕੂਲਸ ਦੀਆਂ ਗੱਲਾਂ ਕੀਤੀਆਂ, ਬਹੁਤ ਵਧੀਆ ਗੱਲ ਕਰੀ ਹੈ ਕਿ ਅਗਰ ਹਰ ਇੱਕ MLA ਆਪਣੇ ਸਕੂਲਸ ਨੂੰ ਅਡੋਪਟ ਕਰ ਲੇ ਤੇ ਸਕੂਲਸ ਦੀਆਂ ਹਾਲਾਤ ਸੁਧਰ ਸਕਦੇ ਨੇ ਤੇ ਇੱਕ ਗਰੀਬ ਦਾ ਬੱਚਾ ਵੀ ਪੜ੍ਹ ਸਕਦਾ ਵਾ। ਪਰ ਉੱਥੇ ਹੀ ਸਰਕਾਰੀ ਸਕੂਲ ਦੇ ਟੀਚਰਸ ਪ੍ਰੋਟੈਸਟ ਕਰਦੇ ਨਜ਼ਰ ਆਉਂਦੇ ਨੇ ਸਾਨੂੰ ਸੜਕਾਂ ਤੇ, ਜਿਹੜੇ ਸਾਡੇ ਦੇਸ਼ ਦੇ ਭਵਿੱਖ ਨੂੰ ਅੱਗੇ ਵਧਾਉਣਗੇ। ਅਗਰ ਟੀਚਰਸ ਹੀ ਸੜਕਾਂ ਤੇ ਆ ਜਾਣਗੇ, ਸਰਕਾਰ ਤੁਹਾਡੀ ਸੂਬੇ ਦੇ ਵਿੱਚ ਮੌਜੂਦਾ MLA ਹੋ ਗਏ ਫਾਦਰ ਸਾਹਿਬ ਤੁਹਾਡੇ, ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰ ਤੁਸੀਂ? सर देखिए, हम ना हर एक पेरेंट को, हर एक टीचर को हम खुश नहीं कर सकते। ठीक है, इसका जो सही जवाब है, मैं सिर्फ अपने डैड की कॉन्स्टिट्यूंसी की बात कर सकता हूँ। हमको व्हाट इज़ द मेन प्रॉब्लम इज़ दैट कि हमको कोई भी चीज़ अगर हमको लेनी है, हमने बहुत ईजी तरीका लिया हुआ है, उसको प्रोटेस्ट कर देना। प्रोटेस्ट इज़ नॉट एवरीथिंग। आप उनसे मिलो, उनसे बातचीत करो, यू शुड ऑलवेज कम्युनिकेट देम। ठीक है, अगर कोई चीज़ का हल नहीं आता, बाहर आता, देन वी हैव अ लीगल ऑप्शन टू प्रोटेस्ट अगेंस्ट एनी गवर्नमेंट। ठीक है, बट हम बातचीत नहीं करते हैं, हम सीधा जाते हैं, बस आज जिंदाबाद मुर्दाबाद। दिस इज़ नॉट द वे। ਡੀਜ਼ਲ और ਪੈਟਰੋਲ ਦੇ ਰੇਟ ਪਿਛਲੇ ਦਿਨਾਂ ਤੋਂ 17-18 ਦਿਨ ਹੋ ਗਏ ਲਗਾਤਾਰ ਵੱਧ ਰਹੇ ਨੇ। ਇਸ ਚੀਜ਼ ਨੂੰ ਅਗਰ ਸੂਬੇ ਸਰਕਾਰ ਆਪਣੇ ਵੈਟ ਦੀ ਦਰ ਘਟਾ ਦੇ ਤੇ ਸੂਬੇ ਦੇ ਵਿੱਚ ਪੈਟਰੋਲ ਦੀ ਕੀਮਤਾਂ ਤੇ ਡੀਜ਼ਲ ਦੀ ਕੀਮਤਾਂ ਬਹੁਤ ਘੱਟ ਹੋ ਸਕਦੀਆਂ ਨੇ, ਜਿੰਦੇ ਕਰਕੇ ਆਟੋ ਚਾਲਕ, टैक्सी ड्राइवर्स ਨੂੰ राहत मिल सकती है। पंजाब सरकार क्यों नहीं कदम चक रही? सर आप मेरे को एक छोटी सी बात बताएं। मेरे पास भी सर गाड़ियाँ हैं, मैं भी अपनी गाड़ी में डीजल पाता हूँ, मेरे को भी दुखता है। ठीक है, आप सारी बात ला के ना इस पंजाब के ऊपर डाल देते हो। ठीक है, जब हम पिछले 10 साल की बात करते हैं, ठीक है, जब मनमोहन सिंह जी गवर्नमेंट थी, कांग्रेस की गवर्नमेंट थी, तब जो बैरल रेट था, ठीक है, पर लीटर वो था 102 रुपये, और उस टाइम जो रेट था वो था 64 रुपये 65 रुपये।
आज जो बैरल रेट है पर लीटर, जो कच्चा तेल का जो रेट है वो आज है 20 रुपये 30 रुपये, और रेट पहुंच रहे हैं उसके 79, 89, 98 पे आ रहे हैं। तो वाई आप जो हमको ब्लेम कर रहे हो, वो आप सीधा जो हमारे सेंटर में जो बीजेपी गवर्नमेंट है जो बोलती थी कि मैं आऊँगा, मैं आके सबसे पहले जो महंगाई को कम करूँगा, उसने कोई काम नहीं किया। उन्होंने कहा था कि मैं 2 करोड़ जॉब्स दूंगा, आज इस बात को 8 साल हो गए, देयर इज़ नो जॉब। मैं 100 स्मार्ट सिटी बनाऊँगा, देयर इज़ नो स्मार्ट सिटी गॉन अप। ठीक है, ऐसे मैं और आपको ऐसे कितनी बातें बताऊं कि उन्होंने जो झूठे वादे किए थे, आज जो कच्चे तेल की कीमत है डैट इज़ इंटरनेशनल, अगर वहाँ पे कम होगी तो ऑटोमेटिकली वो हमारे पंजाब में भी कम होएगी। तो सबसे पहली बात है कि मोदी जी उसको कम करें, अगर वो कम करते तो ऑटोमेटिकली वो चीज़ यहाँ पे कम होएगी ना सर। वैसे भी आप एक बार देखिए, आज से 10 साल पहले जब अकाली भाजपा की जो यहाँ पे गवर्नमेंट थी, तब उन्होंने 2.25 लाख करोड़ का लोन लिया था इस पंजाब के ऊपर ना। आई वॉन्ट टू आस्क मिस्टर सुखबीर बादल एंड मिस्टर प्रकाश सिंह बादल, वो 2.25 लाख जो करोड़ का लोन था वो आपने कहाँ पे खर्च किया? यहाँ पे सीवेज है नहीं, यहाँ पे प्रॉपर लाइटनिंग नहीं है, रोड्स आपकी टूटी हुई हैं, आपकी पब्लिक ट्रांसपोर्ट आपकी बेकार है, स्कूल आप बना नहीं पाए, कॉलेज आप अच्छे बना नहीं पाए, इवन कि जो सरकारी हॉस्पिटल्स हैं उस पर आपने जी कोई ध्यान नहीं दिया कि 2.25 लाख रुपया आपने कहाँ पे खर्चा। इस बात का आप हमको जवाब दे दो, उनके पास इस चीज़ का भी जवाब नहीं है। तो आज मोदी जी हमारे पंजाब के साथ एक ना वितरा जो कर रहे हैं, 2.25 लाख जो करोड़ का लोन है, आज मोदी जी उसको 1 मिनट में ख़त्म कर सकते हैं। वहाँ से पैसा दे, यहाँ भेजिए, लोन ख़त्म। पंजाब के पास पैसा आएगा, पंजाब के पास हमारा जो रेवेन्यू आएगा, उससे हम अपने पंजाब को एक अच्छी ऊंचाइयों पे लेके जा सकते हैं। इसलिए मेरी हाथ जोड़ के जो केंद्र की जो सरकार है, मोदी जी सरकार है, उनको बोलता हूँ कि आप कृपा हमारे खूबसूरत और रंगला पंजाब को एक अच्छा सा पैकेज दें कि जिससे हम अपने लोगों की, अपने भाइयों की, बहनों की, बुजुर्गों की, माताओं की, उनकी सेवा हम कर सकें और अपने इस पंजाब को बचा सकें। NSUA ਦੇ ਪ੍ਰੈਜ਼ੀਡੈਂਟ ਅਕਸ਼ੇ ਕੁਮਾਰ ਤੇ ਮਾਨਿਕ ਡਾਵਰ ਜੀ ਦੇ ਨਾਲ ਆਪਾਂ ਗੱਲਬਾਤ ਕੀਤੀ। ਇਹਨਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਸਪਸ਼ਟੀਕਰਨ ਦਿੱਤੇ ਨੇ। ਬਾਕੀ ਅਪਡੇਟਸ ਲਈ ਦੇਖਦੇ ਰਹੋ PV ਲਾਈਵ।